कपाह की फसल की असीं गल करते, नरमे की फसल की गल करते हैं, सब तो मुढ़लियां चीज़ां जिहड़ियां तुहानूं लगदा कि ध्यान दे विच रखण वालीआं? नरमे की जिहड़ी फसल है ना, नरमा जे एक इहो जी क्रॉप है, ਇਹਦੇ ਵਿੱਚ ਸਭ ਤੋਂ ਜ਼ਿਆਦਾ ਕੀੜਿਆਂ ਦੀ ਸਮੱਸਿਆ ਹੈਗੀ। ਨਰਮਾ ਇੱਕ ਇਹੋ ਜੀ ਫਸਲ ਹੈ ਜਿਹਦੇ ਵਿੱਚ ਵੈਜੀਟੇਟਿਵ ਤੇ ਰਿਪਰੋਡਕਟਿਵ ਫੇਸ ਇਕੱਠਾ ਹੀ ਚੱਲਦਾ ਹੈ। ਗੁਲਾਬੀ ਸੁੰਡੀ ਹੁਣ ਕਿਉਂ ਆ? ਕਿਉਂਕਿ ਗੁਲਾਬੀ ਸੁੰਡੀ ਵਰਲਡ ਓਵਰ ਪੂਰੇ ਵਿਸ਼ਵ ਵਿੱਚ ਇੱਕੋ ਇੱਕ ਜਿਹਨੂੰ ਕਹੋ ਅਸਲ ਕੀੜਾ, ਇਹ ਖਾਲੀ ਤੇ ਖਾਲੀ ਨਰਮੇ ਤੇ ਹੀ ਰਹਿੰਦਾ। ਇਸ ਕੀੜੇ ਨੂੰ 15 ਸਾਲ ਲੱਗੇ ਵਾਪਸ ਆਪਣੇ ਆਪ ਨੂੰ ਇਸ ਜ਼ਹਿਰ ਨੂੰ ਟਾਕਰਾ, ਬੀਟੀ ਜ਼ਹਿਰ ਨੂੰ ਟਾਕਰਾ ਕਰਨ ਦੀ ਸਮਰੱਥਾ ਇਹਦੇ ਵਿੱਚ ਜਿਹੜੀ ਹੈ ਉਹ ਡਿਵੈਲਪ ਹੋ ਚੁੱਕੀ ਹੈ। हल हैगा ਇਹਦਾ? किस तरीके नाल हल हैगा ਜਾਂ किस तरीके नाल सोचते हो कि इस तरीके नाल इस चीज़ तो बचा जा सकदा? ਇਹ ਜਿਹੜਾ ਕੀੜਾ ਹੈ ਨਾ, ਇਹ ਫੋਟੋਟੈਕਟਿਕ ਹੈ। ਫੋਟੋਟੈਕਟਿਕ ਮੀਨਸ ਇਹ ਰੋਸ਼ਨੀ ਨੂੰ ਪਸੰਦ ਨਹੀਂ ਕਰਦਾ। ਇਹ ਕਿ ਜਦੋਂ ਫੁੱਲ ਦੇ ਅੰਦਰ ਵੜ ਜਾਂਦਾ ਨਾ, ਫੁੱਲ ਨੂੰ ਬੰਦ ਕਰ ਦਿੰਦਾ। ਫੁੱਲਾਂ 'ਚ ਦੇਖਣਾ ਕੋਈ ਨੁਕਸਾਨ ਹੈਗਾ ਕਿ ਨਹੀਂ ਹੈ। ਜੇ ਤੁਹਾਨੂੰ ਲੱਗਦਾ ਫੁੱਲਾਂ 'ਚ ਨੁਕਸਾਨ ਹੈ ਤੇ ਫਿਰ ਤੁਹਾਨੂੰ ਜਿਹੜਾ ਸਪਰੇਅ ਕਰਨਾ, ਆਪਣੇ ਪੱਤਿਆਂ ਨੂੰ ਅਸੀਂ ਕੌੜਾ ਕਰਨਾ ਪੈਣਾ। ਪੱਤਿਆਂ ਨੂੰ, ਟੀਂਡਿਆਂ ਨੂੰ ਦਵਾਈ ਲਾ ਕੇ ਕੌੜਾ ਕਰਨਾ, ਕਿਉਂਕਿ ਜਦੋਂ ਹੀ ਉਹਦੀ ਸੁੰਡੀ ਨਿਕਲੇ ਤੇ ਉਹਨੂੰ ਜਿਹੜਾ ਉਹ ਮਾਰ ਦੇਵੇ। ਇੱਕ ਤੁਹਾਡੇ ਖੇਤ 'ਚ ਇੱਕ ਚੌਕੀਦਾਰ ਫੀਰਾਮੋਨ ਟਰੈਪ ਆਉਂਦਾ ਹੈ, ਪੋਲੀਥੀਨ ਦਾ ਲਿਫਾਫਾ, ਉਹਦੇ 'ਚ ਕੈਪਸੂਲ ਲੱਗਦੀ ਹੈ। ਉਹ ਕੀ ਕਰਦਾ ਹੈ, ਉਹਦੇ ਵਿੱਚ ਮਾਦਾ ਦੀ ਗੰਧ ਹੈ। ਉਹਨੇ ਕੀ ਕਰਨਾ ਹੈ, ਉਹਨੇ ਨਰ ਨੂੰ ਆਪਣੇ ਉਹ ਤੁਹਾਨੂੰ ਪਤਾ ਲੱਗ ਜਾਂਦਾ ਹੈ, ਉਹ ਇੱਕ ਇੰਡੀਕੇਸ਼ਨ ਹੈ। ਇਹਨੂੰ ਪਤਾ ਹੀ ਨਹੀਂ ਹੈ ਕਿ ਗੁਲਾਬੀ ਸੁੰਡੀ ਵੀ ਆ ਸਕਦੀ ਹੈ। ਉਹਨੂੰ ਲੱਗਾ ਟੀਂਡੇ ਬਹੁਤ ਵਧੀਆ, ਫਸਲ ਬਹੁਤ ਵਧੀਆ ਸੀ, ਅਸੀਂ ਵੀ ਬਹੁਤ ਖੁਸ਼ ਸੀਗੇ ਕਿ ਯਾਰ ਅਗਰ ਐਤਕੀ ਫਸਲ ਹੋ ਜਾਣੀ ਬੰਪਰ ਕ੍ਰੌਪ ਹੋਣੀ ਸੀ। ਬਟ ਉਹਦਾ ਕਾਰਨ ਕੀ ਹੈ, ਜਦੋਂ ਟੀਂਡੇ ਖੁੱਲੇ ਨਹੀਂ ਜਾਂ ਜਦੋਂ ਖੁੱਲੇ ਉਹ ਦੇਖੇ ਕਿ ਇਹ ਸਾਰੀ ਡੈਮੇਜ ਹੈਗੇ ਹੈ। ਬਟ ਇਹਦੇ ਵਿੱਚ ਇੱਕ ਗੱਲ ਦੇਖੋ, ਬੜਾ ਸਪੈਸੀਫਿਕ ਫੀਰਾਮੋਨ ਹੈਗਾ। ਇਹ ਗੰਧ ਜਿਹੜੀ ਹੈ ਨਾ, ਇਹ ਖਾਲੀ ਤੇ ਖਾਲੀ ਗੁਲਾਬੀ ਸੁੰਡੀ ਦਾ ਜਿਹੜਾ ਨਰ ਹੈ ਨਾ, ਉਹ ਕਰ ਸਕਦਾ ਹੈ। ਦੂਜਾ ਕੋਈ ਕੀੜਾ ਅਸਰ ਨਹੀਂ ਕਰਦਾ ਇਹਦੇ ਤੇ। ਮੈਨੂੰ ਨਹੀਂ ਫੀਲ ਹੋਊਗਾ ਜਦੋਂ ਉੱਥੇ ਜਾਵਾਂਗਾ ਫੀਲਡ 'ਚ ਕਿ ਇਹ ਗੰਧ। ਅਸੀਂ ਕੀ ਕਰਨਾ, ਅਸੀਂ ਆਪਣੇ ਖੇਤ 'ਚ ਇਹਨੂੰ 400 ਸਪੌਟ 'ਤੇ ਲਗਾ ਦੇਣਾ ਹੈ। PAU ਦੀ ਕੋਸ਼ਿਸ਼ ਵੀ ਰਹੀ ਹੈ ਕਿ ਇਸ ਚੱਕਰ 'ਚੋਂ ਕੱਢਿਆ ਜਾਵੇ ਕਿਸਾਨ? ਬਿਲਕੁਲ ਜੀ, ਦੇਖੋ PAU ਦੀ ਇਕੋ ਫਰੈਂਡਲੀ ਵਾਲੇ ਪਾਸੇ ਬਹੁਤ ਇਹ ਹੈ, ਟ੍ਰਾਈਕੋਗਰਾਮਾ। TV ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਤੁਹਾਡੇ ਪਿਛਲੇ ਦਿਨਾਂ ਦੇ ਵਿੱਚ ਧਿਆਨ ਦੇ ਵਿੱਚ ਆਇਆ ਹੋਣਾ ਕਿ ਗੁਲਾਬੀ ਸੁੰਡੀ ਨੇ ਕਿਸ ਤਰੀਕੇ ਨਾਲ ਨਰਮੇ ਦੀ ਫਸਲ ਨੂੰ ਤਬਾਹ ਕੀਤਾ ਸੀਗਾ। ਫਿਰ ਸਰਕਾਰ ਤੋਂ ਕਿਸਾਨਾਂ ਨੂੰ ਗੁਹਾਰ ਲਗਾਉਣੀ ਪੈਂਦੀ ਹੈ ਕਿ ਸਾਡੀ ਮਦਦ ਕੀਤੀ ਜਾਵੇ। ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਜਿਹੜੀਆਂ ਸਮੱਸਿਆਵਾਂ ਖਾਸ ਕਰਕੇ ਨਰਮੇ ਦੀ ਫਸਲ ਨੂੰ ਲੈ ਕੇ ਸਾਹਮਣੇ ਆਉਂਦੀਆਂ ਨੇ, ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਅੱਜ ਸਾਡੇ ਨਾਲ PAU ਤੋਂ ਕੀਟ ਵਿਗਿਆਨੀ ਸਤਨਾਮ ਸਿੰਘ ਨੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਕਿਸਾਨਾਂ ਦੇ ਦਰਪੇਸ਼ ਆਉਣ ਵਾਲੀ ਇਸ ਸਮੱਸਿਆ ਦਾ ਹੱਲ ਕਿਵੇਂ ਦੇਖਦੇ ਨੇ, ਕਿਸ ਤਰੀਕੇ ਨਾਲ ਇਸ ਫਸਲ ਪ੍ਰਤੀ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ, ਕਿਉਂਕਿ ਇਹ ਵੀ ਹਮੇਸ਼ਾ ਇੱਕ ਮੰਗ ਰਹਿੰਦੀ ਹੈ ਕਿ ਫਸਲੀ ਚੱਕਰ ਦੇ ਵਿੱਚੋਂ ਕਿਸਾਨਾਂ ਨੂੰ ਕੱਢਣਾ ਕਿਵੇਂ। ਤਮਾਮ ਮਸਲੇ ਤੇ ਚਰਚਾ ਕਰਕੇ ਸਮਝਾਂਗੇ ਕਿ ਕਿਸ ਤਰੀਕੇ ਦੀ ਇਹ ਫਸਲ ਦਾ ਫਾਇਦਾ ਹੈਗਾ, ਕਿਸ ਤਰੀਕੇ ਨਾਲ ਜੇ ਕਿਸਾਨ ਇਹਨੂੰ ਬੀਜਦੇ ਨੇ ਕਿਹੜੀਆਂ ਚੀਜ਼ਾਂ ਦੇ ਨਾਲ ਇਸ ਤੋਂ ਲਾਹਾ ਖੱਟਿਆ ਜਾ ਸਕਦਾ। ਜੇ ਕੋਈ ਦਿੱਕਤ ਆ ਜਾਂਦੀ ਹੈ, ਜਿੱਦਾਂ ਗੁਲਾਬੀ ਸੁੰਡੀ ਦੀ ਅਸੀਂ ਗੱਲ ਕਰ ਲਈ, ਪੀਲੀ ਸੁੰਡੀ ਦੀ ਗੱਲ ਕਰ ਲਈ, ਜੇ ਦਿੱਕਤਾਂ ਆ ਜਾਂਦੀਆਂ ਨੇ ਤਾਂ ਉਹਨਾਂ ਤੋਂ ਬਚਣਾ ਕਿਵੇਂ ਹੈਗਾ? ਡਾਕਟਰ ਸਾਹਿਬ, ਅਸੀਂ ਜਦੋਂ ਸਮਝਣ ਦੀ ਕੋਸ਼ਿਸ਼ ਕਰੀਏ, ਬੜੀਆਂ ਚੀਜ਼ਾਂ ਬਰੀਕ ਹੁੰਦੀਆਂ ਨੇ। ਤੁਸੀਂ ਕੀਟ ਵਿਗਿਆਨੀ ਹੋ, ਤੁਸੀਂ ਇਹ ਚੀਜ਼ਾਂ ਘੋਖੀਆਂ ਨੇ, ਪਰਖੀਆਂ ਨੇ, ਸਮੇਂ-ਸਮੇਂ ਤੇ ਦੇਖਦੇ ਰਹੇ ਹੋ ਕਿ ਕਿਹੜੀਆਂ ਚੀਜ਼ਾਂ ਕਿਸ ਤਰੀਕੇ ਨਾਲ ਕਰਨੀਆਂ ਚਾਹੀਦੀਆਂ। ਹੁਣ ਜਦੋਂ ਕਪਾਹ ਦੀ ਫਸਲ ਦੀ ਅਸੀਂ ਗੱਲ ਕਰਦੇ, ਨਰਮੇ ਦੀ ਫਸਲ ਦੀ ਗੱਲ ਕਰਦੇ ਹਾਂ, ਸਭ ਤੋਂ ਮੁੱਢਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਇਹ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੈ? ਦੇਖੋ ਜੀ, ਨਰਮੇ ਦੀ ਜਿਹੜੀ ਫਸਲ ਹੈ ਨਾ, ਨਰਮਾ ਜੇ ਇੱਕ ਇਹੋ ਜੀ ਕ੍ਰੌਪ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਕੀੜਿਆਂ ਦੀ ਸਮੱਸਿਆ ਹੈਗੀ ਹੈ। ਕਿਉਂ? ਕਾਰਨ ਇਹ ਹੈ ਕਿ ਇੱਕ ਹੁੰਦਾ ਵੈਜੀਟੇਟਿਵ ਮੀਨ ਜਦੋਂ ਆਪਣਾ ਬੂਟਾ ਇੱਕ ਪਤਰਾਲ ਵਧਾਉਂਦਾ, ਖਾਲੀ ਪੱਤੇ ਫੁੱਲ ਅਜੇ ਵੱਧਦੇ ਆ, ਵੈਜੀਟੇਟਿਵ ਫੇਸ ਹੋ ਗਿਆ। ਇੱਕ ਹੁੰਦਾ ਰਿਪਰੋਡਕਟਿਵ ਫੇਸ, ਜਦੋਂ ਉਹਦੇ ਦਾਣੇ ਬਣਨੇ ਸ਼ੁਰੂ ਹੁੰਦੇ। ਲੇਕਿਨ ਨਰਮਾ ਇੱਕ ਇਹੋ ਜੀ ਫਸਲ ਹੈ ਜਿਹਦੇ ਵਿੱਚ ਵੈਜੀਟੇਟਿਵ ਤੇ ਰਿਪਰੋਡਕਟਿਵ ਫੇਸ ਇਕੱਠਾ ਹੀ ਚੱਲਦਾ। ਨਾਲ ਹੀ ਤੁਹਾਨੂੰ ਫੁੱਲ ਵੀ ਮਿਲਣਗੇ, ਨਾਲ ਹੀ ਤੁਹਾਨੂੰ ਟੀਂਡੇ ਮਿਲਦੇ ਆ। ਇਸ ਕਰਕੇ ਇਹਦੇ ਵਿੱਚ ਜਿਹੜੇ ਫੁੱਲਾਂ 'ਤੇ ਡੈਮੇਜ ਕਰਨੇ ਕੀੜੇ ਉਹ ਵੀ ਆਉਣਗੇ, ਜਿਹੜੇ ਪੱਤਿਆਂ 'ਤੇ ਡੈਮੇਜ ਕਰਨਾ ਉਹਨੇ ਵੀ ਆਉਣਾ, ਜਿਹਨੇ ਟੀਂਡਿਆਂ ਨੂੰ ਖਰਾਬ ਕਰਨਾ ਉਹਨੇ ਵੀ ਆਉਣਾ। ਜੇ ਤੁਸੀਂ ਝੋਨੇ ਦੀ ਗੱਲ ਕਰੋ, ਉਹਦੇ ਵਿੱਚ ਗੈਪ ਹੈ, ਮਤਲਬ ਡਿਵੀਜ਼ਨ ਹੈਗੀ ਹੈ, ਠੀਕ ਹੈ, ਉਹਦੇ ਵੱਖ ਹੈ। ਰਿਪਰੋਡਕਟਿਵ ਵੱਡ ਹੈ ਤੇ ਜਿਹੜਾ ਵੈਜੀਟੇਟਿਵ ਫੇਸ ਵੱਡ। ਇਸ ਕਰਕੇ ਨਰਮੇ ਦੀ ਜਿਹੜੀ ਫਸਲ ਹੈ, ਇਹਦੇ ਵਿੱਚ ਕਿਸਾਨ ਨੂੰ ਜਿਹੜੀਆਂ ਪ੍ਰੋਬਲਮਸ ਨੇ ਕੀੜੇ ਮਕੌੜਿਆਂ ਦੀ ਖਾਸ ਕਰਕੇ ਬਹੁਤ ਜ਼ਿਆਦਾ ਰਹਿੰਦੀਆਂ ਨੇ। ਲੇਕਿਨ ਇਹ ਨਹੀਂ ਹੈ, ਇਹਨਾਂ ਦੇ ਸਮੇਂ-ਸਮੇਂ 'ਤੇ
ਜੋ ਵੀ ਕੋਈ ਪ੍ਰੋਬਲਮ ਹੈ। ਮੈਂ ਤੁਹਾਨੂੰ ਸਟਾਰਟ ਕਰਦਾ 90 ਦੇ ਦਸ਼ਕ ਤੋਂ, ਜਦੋਂ ਕਿ 90 ਤੋਂ ਪਹਿਲਾਂ ਇਹ ਗੁਲਾਬੀ ਸੁੰਡੀ ਦੀ ਆਪਾਂ ਗੱਲ ਕਰ ਰਹੇ ਹਾਂ। 80 ਦੇ ਦਸ਼ਕ 'ਚ ਗੁਲਾਬੀ ਸੁੰਡੀ ਦੀ ਬਹੁਤ ਵਧੀਆ, ਜਿਹੜਾ ਪੁਰਾਣਾ ਕਿਸਾਨ ਹੋਊਗਾ ਨਾ ਉਹਨੂੰ ਪਤਾ ਹੋਣਾ ਹੈ ਕਿ ਗੁਲਾਬੀ ਸੁੰਡੀ ਕੀ ਹੈ। ਬਟ ਉਸ ਤੋਂ ਬਾਅਦ ਲਗਭਗ 25-30 ਸਾਲ ਦਾ ਗੈਪ ਆ ਗਿਆ, ਬੀਟੀ ਆ ਗਿਆ ਸੀ। ਬੀਟੀ ਵਿੱਚ ਜਿਹੜੀ ਸੀਗੀ ਇਹ ਤਿੰਨੋਂ ਸੁੰਡੀਆਂ ਨੂੰ, ਗੁਲਾਬੀ ਸੁੰਡੀ, ਅਮਰੀਕਨ ਸੁੰਡੀ ਤੇ ਚਿਤਕਬਰੀ ਸੁੰਡੀ, ਤਿੰਨਾਂ ਨੂੰ ਟਾਕਰਾ ਕਰਨ ਦੀ ਸਮਰੱਥਾ ਸੀਗੀ। ਤੇ ਉਸ ਨਾਲ ਕੀ ਹੈ ਕਿ ਅਜੇ ਤੱਕ ਇਹਨਾਂ ਨੇ ਕਦੇ ਵੀ ਜਿਹੜੀ ਹੈ ਕੋਈ ਵੀ ਸੁੰਡੀ ਨਹੀਂ ਦੇਖੀ ਹੈ। ਗੁਲਾਬੀ ਸੁੰਡੀ ਹੁਣ ਕਿਉਂ ਆ? ਕਿਉਂਕਿ ਗੁਲਾਬੀ ਸੁੰਡੀ ਵਰਲਡ ਓਵਰ ਪੂਰੇ ਵਿਸ਼ਵ ਵਿੱਚ ਇੱਕੋ ਇੱਕ ਜਿਹਨੂੰ ਕਹੋ ਅਸਲ ਕੀੜਾ, ਇਹ ਖਾਲੀ ਤੇ ਖਾਲੀ ਨਰਮੇ ਤੇ ਹੀ ਰਹਿੰਦਾ ਹੈ। ਇਹ ਨਰਮੇ ਦਾ ਹੀ ਕੀੜਾ ਹੈ। ਇਹ ਆਪਣਾ ਜੀਵਨ ਚੱਕਰ ਹੋਰ ਫਸਲਾਂ ਤੇ ਮਾੜਾ ਮੋਟਾ ਹੈ, ਉੱਥੇ ਜੀਵਨ ਚੱਕਰ ਆਪਣਾ ਇਹ ਪੂਰਾ ਨਹੀਂ ਕਰਦਾ। ਇਹਦਾ ਜੀਵਨ ਚੱਕਰ ਜਿਹੜਾ ਹੈ ਉਹ ਖਾਲੀ ਤੇ ਖਾਲੀ ਨਰਮੇ ਤੇ ਹੀ ਕੰਪਲੀਟ ਕਰਦਾ ਹੈ ਜੀ। ਤੇ ਇਸ ਕਰਕੇ ਹੁਣ ਤੁਸੀਂ ਇਹ ਦੇਖੋ 2005 ਤੋਂ ਲੈ ਕੇ ਸਾਡਾ ਪ੍ਰਮਾਣਿਤ ਜੇ ਬੀਟੀ ਹੈ ਨਾ, ਜਿਹੜਾ ਬੀਟੀ ਨਰਮਾ ਹੈਗਾ ਉਹ 2005 ਪ੍ਰਮਾਣਿਤ ਹੋਇਆ ਆਪਣੇ ਇਸ ਹਰਿਆਣਾ, ਪੰਜਾਬ ਤੇ ਰਾਜਸਥਾਨ 'ਚ। 2005 ਤੋਂ ਲੈ ਕੇ 2020 ਤੱਕ, ਮਤਲਬ 2019 ਤੱਕ 15 ਸਾਲ ਕਦੇ ਵੀ ਕਿਸੇ ਕਿਸਾਨ ਨੇ ਗੁਲਾਬੀ ਸੁੰਡੀ ਦੀ ਸ਼ਿਕਾਇਤ ਕੀਤੀ ਨਹੀਂ ਕੀਤੀ। ਲੇਕਿਨ ਤੁਸੀਂ ਇਹ ਮੰਨ ਕੇ ਚਲੋ ਇਹ ਕੁਦਰਤ ਦਾ ਨਿਯਮ ਹੈ। ਹਰ ਜੀਅ ਨੂੰ ਮਤਲਬ ਇਹ ਕਿਹਾ ਹੈ, ਕੁਦਰਤ ਇੱਕ ਸਮਰੱਥਾ ਦਿੰਦੀ ਹੈ, ਇੱਕ ਸ਼ਕਤੀ ਦਿੰਦੀ ਹੈ ਕਿ ਮੈਂ ਆਪਣੀ ਹੋਂਦ ਕਿਸ ਤਰ੍ਹਾਂ ਬਚਾਉਣੀ ਹੈ। ਇਸ ਕੀੜੇ ਨੂੰ 15 ਸਾਲ ਲੱਗੇ ਵਾਪਸ ਆਪਣੇ ਆਪ ਨੂੰ ਇਸ ਜ਼ਹਿਰ ਨੂੰ ਟਾਕਰਾ, ਬੀਟੀ ਜ਼ਹਿਰ ਨੂੰ ਟਾਕਰਾ ਕਰਨ ਦੀ ਸਮਰੱਥਾ ਇਹਦੇ ਵਿੱਚ ਜਿਹੜੀ ਹੈ ਉਹ ਡਿਵੈਲਪ ਹੋ ਚੁੱਕੀ ਹੈ। ਹੁਣ ਇਹਨੂੰ ਬੀਟੀ ਜ਼ਹਿਰ ਕੁਝ ਵੀ ਨਹੀਂ ਕਹਿੰਦੇ, ਬਿਲਕੁਲ ਅਸਰ ਨਹੀਂ ਕਰਦਾ। ਹੁਣ ਇਹ ਸਹਿਨਸ਼ੀਲ ਹੋ ਗਈ ਹੈ। ਜਿੱਦਾਂ ਆਪਾਂ ਕਹਿੰਦੇ ਨਾ ਕਿ ਬੱਚਿਆਂ ਨੂੰ ਜ਼ਿਆਦਾ ਐਂਟੀਬਾਇਓਟਿਕ ਨਾ ਦਿਓ, ਇਹਨਾਂ 'ਚ ਰੈਜ਼ਿਸਟੈਂਸ ਆ ਜਾਣੀ ਹੈ, ਕੱਲ੍ਹ ਕੋ ਬੱਚੇ ਕੋਈ ਜ਼ਿਆਦਾ ਪ੍ਰੋਬਲਮ ਆਊਗੀ ਤੇ ਇਸ ਤਰ੍ਹਾਂ ਹੀ ਉਹ ਅਸਰ ਨਹੀਂ ਕਰਨੀ, ਐਂਟੀਬਾਇਓਟਿਕ ਅਸਰ ਨਹੀਂ ਕਰਨੀ। ਇਸ ਤਰ੍ਹਾਂ ਹੀ ਇਹ ਹੈ। ਹੁਣ ਉਹਨੇ ਇਹ ਸਾਨੂੰ ਮੰਨ ਕੇ ਚੱਲਣਾ ਪੈਣਾ ਕਿ ਜਿਹੜਾ ਬੀਟੀ ਨਰਮਾ ਹੈਗਾ ਉਹਦੇ ਵਿੱਚ ਹੁਣ ਗੁਲਾਬੀ ਸੁੰਡੀ ਨੂੰ ਟਾਕਰਾ ਕਰਨ ਦੀ ਸਮਰੱਥਾ ਨਹੀਂ ਹੈ। ਲੇਕਿਨ ਦੋ ਸੁੰਡੀਆਂ ਨੂੰ ਅਜੇ ਵੀ ਉਹ ਟਾਕਰਾ ਕਰਦੀ ਹੈ, ਜਿਹੜੀ ਚਿਤਕਬਰੀ ਸੁੰਡੀ ਹੈ ਤੇ ਜਿਹੜੀ ਅਮਰੀਕਨ ਸੁੰਡੀ ਸਾਡੇ ਵਾਸਤੇ 90 ਦੇ ਦਸ਼ਕ ਵਿੱਚ ਬਹੁਤ ਜ਼ਿਆਦਾ ਸਿਰਦਰਦੀ ਬਣੀ ਪਈ ਸੀ। ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਾਂ ਕਿ ਸਾਡੇ ਕੋਲ ਇੱਕ ਹੋਰ ਸਮੱਸਿਆ ਆ ਗਈ ਸੀ ਮੀਲੀ ਬਗ ਦੀ 2006 ਵਿੱਚ। ਉਸ ਤੋਂ ਬਾਅਦ 2015 ਤੁਸੀਂ ਸੁਣਿਆ ਹੋਣਾ ਕਿ ਚਿੱਟੀ ਮੱਛਰ ਨੇ ਕੀ ਤਬਾਹੀ ਮਚਾਈ ਸੀ, ਬਹੁਤ ਬੁਰਾ ਹਾਲ। ਇਸ ਕਰਕੇ ਮੈਂ ਤੁਹਾਨੂੰ ਨਰਮੇ ਨਾਲ ਜਿਹੜੀਆਂ ਨੇ ਕੀਟਾਂ ਦੀਆਂ ਸਮੱਸਿਆ ਜੁੜੀਆਂ ਪਈਆਂ ਨੇ, ਲੇਕਿਨ ਇਹਨਾਂ ਦੇ ਸਮਾਧਾਨ ਵੀ ਯੂਨੀਵਰਸਿਟੀ ਨੇ ਟਾਈਮ ਟੂ ਟਾਈਮ ਦਿੱਤੇ ਪਏ ਜੀ। ਸਰ, ਜਦੋਂ ਸਮਝਣ ਦੀ ਕੋਸ਼ਿਸ਼ ਕਰੀਏ ਜਿਸ ਤਰੀਕੇ ਨਾਲ ਅਸੀਂ ਗੁਲਾਬੀ ਸੁੰਡੀ ਦਾ ਹੁਣ ਜ਼ਿਕਰ ਕਰ ਰਹੇ ਹਾਂ ਕਿ ਉਹਦੇ ਵਿੱਚ ਕਿਉਂਕਿ ਸਮੇਂ ਦੇ ਨਾਲ ਉਹਦੇ ਬਦਲਾਵ ਆ ਗਏ, ਉਹਨੇ ਆਪਣੇ ਆਪ ਨੂੰ ਸਹਿਨਸ਼ੀਲ ਬਣਾ ਲਿਆ। ਹੁਣ ਇਸ ਵੇਲੇ ਕਿਉਂਕਿ ਇੱਕ ਤਬਕਾ ਲਗਾਤਾਰ ਕਿਸਾਨਾਂ ਜਿਹੜਾ ਅਸੀਂ ਕੰਢੀ ਏਰੀਆ ਕਹਿੰਦੇ ਹਾਂ, ਉਹ ਹਮੇਸ਼ਾ ਕਪਾਹ ਦੀ ਫਸਲ ਦੀ ਬਿਜਾਈ ਕਰਦਾ ਹੈਗਾ ਤੇ ਉਹਦੇ ਦਰਪੇਸ਼ ਸਮੱਸਿਆਵਾਂ ਬਹੁਤ ਨੇ। ਫਿਰ ਉਹਨੂੰ ਸਰਕਾਰ ਤੇ ਟੇਕ ਰੱਖਣੀ ਪੈਂਦੀ ਹੈ, ਮੁਆਵਜ਼ਾ ਦਿੱਤਾ ਜਾਵੇ। ਹੱਲ ਹੈਗਾ ਇਹਦਾ? ਕਿਸ ਤਰੀਕੇ ਨਾਲ ਹੱਲ ਹੈਗਾ ਜਾਂ ਕਿਸ ਤਰੀਕੇ ਨਾਲ ਸੋਚਦੇ ਹੋ ਕਿ ਇਸ ਤਰੀਕੇ ਨਾਲ ਇਸ ਚੀਜ਼ ਤੋਂ ਬਚਿਆ ਜਾ ਸਕਦਾ? ਦੇਖੋ ਜੀ, ਮੈਂ ਤੁਹਾਨੂੰ ਇਹ ਦੱਸ ਦੇਵਾਂ ਪਿਛਲੇ ਸਾਲ ਨੁਕਸਾਨ ਕਿਉਂ ਹੋਇਆ। ਮੈਂ ਤੁਹਾਨੂੰ ਕਿਹਾ ਨਾ 20-25 ਸਾਲ ਦਾ ਗੈਪ ਹੋ ਗਿਆ। ਜਿਹੜਾ ਨਰਮਾ ਫਾਰਮਰ ਹੈ, ਯੰਗ ਫਾਰਮਰ ਹੈ, ਉਹਨੇ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਗੁਲਾਬੀ ਸੁੰਡੀ ਆਈ ਹੋਣੀ ਹੈ। ਗੁਲਾਬੀ ਸੁੰਡੀ ਦਾ ਇੱਕ ਬਹੁਤ ਪਿਕਿਊਲੀਅਰ, ਇੱਕ ਬੜੇ ਤਰੀਕੇ ਨਾਲ ਇਹ ਫਸਲ ਤੇ ਡੈਮੇਜ ਕਰਦੀ ਹੈ। ਡੈਮੇਜ ਇਸ ਤਰ੍ਹਾਂ ਕਰਦੀ ਹੈ, ਇਹ ਜਿਹੜਾ ਪਤੰਗਾ ਹੈ ਨਾ, ਅੰਡੇ ਇਹਨੇ ਦੇਣੇ ਹੈ ਜਾਂ ਤੇ ਬੋਗੀ ਕੋਲ, ਜਿਹਨੂੰ ਕਹਿੰਦੇ ਫੁੱਲ ਬੋਗੀ ਕਹਿੰਦੇ, ਜਾਂ ਫੁੱਲ ਡੋਡੀ ਵੀ ਕਹਿ ਦਿੰਦੇ ਆਪਣੇ ਮਾਲਵੇ ਰੀਜਨ 'ਚ, ਜਾਂ ਫੁੱਲ ਕੋਲ ਜਾਂ ਟਿੰਡੀ। ਕਿਉਂ? ਇਹ ਆਪਣੇ ਬੱਚੇ ਨੂੰ ਬੜਾ ਸੁਰੱਖਿਅਤ ਰੱਖਣਾ ਚਾਹੁੰਦੀ ਹੈ, ਜਲਦੀ ਤੋਂ ਜਲਦੀ ਇਹਦੇ ਬੱਚੇ ਨੂੰ ਖੁਰਾਕ ਮਿਲਣੀ ਸ਼ੁਰੂ ਹੋ ਜਾਏ ਤੇ ਉਹ ਆਪਣਾ ਜੀਵਨ ਚੱਕਰ ਜਿਹੜਾ ਸ਼ੁਰੂ ਕਰ ਦੇਵੇ। ਹੁਣ ਇਹ ਜਿਹੜਾ ਕੀੜਾ ਹੈ ਨਾ, ਇਹ ਫੋਟੋਟੈਕਟਿਕ ਹੈ। ਫੋਟੋਟੈਕਟਿਕ ਮੀਨਸ ਇਹ ਰੋਸ਼ਨੀ ਨੂੰ ਪਸੰਦ ਨਹੀਂ ਕਰਦਾ। ਇਹ ਕਿ ਜਦੋਂ ਫੁੱਲ ਦੇ ਅੰਦਰ ਵੜ ਜਾਂਦਾ ਨਾ, ਫੁੱਲ ਨੂੰ ਬੰਦ ਕਰ ਦਿੰਦਾ। ਇੱਕ ਉੱਥੋਂ ਪਛਾਣ ਹੋ ਜਾਂਦੀ ਹੈ ਕਿ ਇਹ ਫੁੱਲ ਦਾ ਜਿਹੜਾ ਹੈ, ਫੁੱਲ ਭਮੀਰੀ ਵਾਂਗ ਹੋ ਜਾਂਦਾ। ਫੁੱਲ ਦੀ ਪੰਖੁੜੀਆਂ ਆਪ ਹੀ ਜੋੜ ਦਿੰਦਾ, ਖੁੱਲੇ ਫੁੱਲ ਨੂੰ ਇਹ ਜੋੜ ਦਿੰਦਾ ਵਾਪਸ। ਉਹ ਫੁੱਲ ਅਲੱਗ ਹੀ ਦਿਖਦਾ ਹੈ, ਕਿਸਾਨਾਂ ਨੂੰ ਪਤਾ ਹੈ, ਉਹਨੂੰ ਭਮੀਰੀ ਫੁੱਲ ਕਹਿੰਦੇ। ਭਮੀਰੀ ਵਾਂਗ ਉਹਦੇ ਪੱਤੇ ਲੱਗਦੇ ਆ ਤੇ ਉਹ ਪੱਤੇ ਇੱਕ ਉੱਥੇ ਕਰਦਾ। ਫਿਰ ਇਹ ਕਿ ਜਦੋਂ ਇਹਨੇ ਸੁੰਡੀ ਨੇ ਅੰਡਾ ਦਿੱਤਾ, ਇਹ ਆਪਣੇ ਪਤੰਗੇ ਨੇ ਅੰਡਾ ਦਿੱਤਾ, ਅੰਡਾ ਜਿਹੜਾ 3-4 ਘੰਟੇ ਦੇ ਅੰਦਰ ਉੱਥੋਂ ਜਿਹੜਾ ਮਤਲਬ ਕਿ ਅੰਡੇ 'ਚੋਂ ਜਦੋਂ 3-4 ਦਿਨਾਂ ਵਿੱਚ ਸੁੰਡੀ ਆ ਗਈ, ਸੁੰਡੀ ਨੂੰ 3-4 ਘੰਟੇ ਹੀ ਲੱਗਦੇ ਆ ਟਿੰਡੇ 'ਚ ਵੜਨ ਦਾ। ਇੱਕ ਵਾਰੀ ਇਹ ਟਿੰਡੇ ਦੇ ਅੰਦਰ ਵੜ ਗਈ, ਫਿਰ ਇਹਨੂੰ ਨੁਕਸਾਨ ਹੈ। ਇਸ ਕਰਕੇ ਇਹਦਾ ਸਭ ਤੋਂ ਵੱਡਾ ਤਰੀਕਾ ਇਹ ਹੈ ਕਿ ਆਪਣੇ ਖੇਤ 'ਚ ਤੁਸੀਂ ਸਰਵੇਖਣ ਕਰਨਾ। ਸਰਵੇਖਣ ਕੀ ਕਰਨਾ? ਤੁਸੀਂ ਫੁੱਲਾਂ ਨੂੰ ਜਾ ਕੇ ਦੇਖਣਾ, ਫੁੱਲਾਂ 'ਚ ਦੇਖਣਾ ਕੋਈ ਨੁਕਸਾਨ ਹੈਗਾ ਕਿ ਨਹੀਂ ਹੈ। ਜੇ ਤੁਹਾਨੂੰ ਲੱਗਦਾ ਫੁੱਲਾਂ 'ਚ ਨੁਕਸਾਨ ਹੈ ਤੇ ਫਿਰ ਤੁਹਾਨੂੰ ਜਿਹੜਾ ਸਪਰੇਅ ਕਰਨਾ। ਆਪਣੇ ਪੱਤਿਆਂ ਨੂੰ ਅਸੀਂ ਕੌੜਾ ਕਰਨਾ ਪੈਣਾ, ਪੱਤਿਆਂ ਨੂੰ, ਟਿੰਡਿਆਂ ਨੂੰ ਦਵਾਈ ਲਾ ਕੇ ਕੌੜਾ ਕਰਨਾ, ਕਿਉਂਕਿ ਜਦੋਂ ਹੀ ਉਹਦੀ ਸੁੰਡੀ ਨਿਕਲੇ ਤੇ ਉਹਨੂੰ ਜਿਹੜਾ ਉਹ ਮਾਰ ਦੇਵੇ। ਇੱਕ ਹੋਰ ਗੱਲ ਜਿਹੜੀ ਹੈਗੀ, ਇੱਕ ਹੋਰ ਤਰੀਕਾ, ਜੇ ਕਿਸੇ ਫਾਰਮ ਨੂੰ ਇੱਕ ਚੌਕੀਦਾਰ ਕਹਿੰਦੇ ਨੇ ਆਪਾਂ, ਚੌਕੀਦਾਰ ਕੀ ਕਰਦਾ? ਰਖਵਾਲੀ ਕਰਦਾ, ਦੇਖ ਰੇਖ ਕਰਦਾ। ਇੱਕ ਤੁਹਾਡੇ ਖੇਤ 'ਚ ਇੱਕ ਚੌਕੀਦਾਰ ਫੀਰਾਮੋਨ ਟਰੈਪ ਆਉਂਦਾ, ਪੋਲੀਥੀਨ ਦਾ ਲਿਫਾਫਾ ਉਹਦੇ 'ਚ ਕੈਪਸੂਲ ਲੱਗਦੀ ਹੈ। ਉਹ ਫਿਰ ਉਹ ਕੀ ਕਰਦਾ ਹੈ? ਉਹਦੇ ਵਿੱਚ ਮਾਦਾ ਦੀ ਗੰਧ ਹੈ। ਉਹਨੇ ਕੀ ਕਰਨਾ ਹੈ? ਉਹਨੇ ਨਰ ਨੂੰ ਆਪਣੇ ਉਹ ਤੁਹਾਨੂੰ ਪਤਾ ਲੱਗ ਜਾਂਦਾ ਹੈ, ਉਹ ਇੱਕ ਇੰਡੀਕੇਸ਼ਨ ਹੈ
ਇੱਕ ਸਰਵੇਖਣ ਦਾ ਤਰੀਕਾ ਹੈ। ਤੁਸੀਂ ਆਪਣਾ ਉਹ ਫੇਰੋਮੋਨ ਟਰੈਪ ਦੇਖਦੇ ਹੋ, ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਪਤੰਗੇ ਆ ਰਹੇ ਆ, 3-4 ਪਤੰਗੇ ਡੇਲੀ ਦੇ ਆ ਰਹੇ ਆ, ਇਹਦਾ ਮਤਲਬ ਤੁਹਾਡੇ ਖੇਤ ਦੇ ਆਲੇ ਦੁਆਲੇ ਇਸ ਕੀੜੇ ਦੀ ਜਿਹੜੀ ਹੈ ਆਮਦ ਹੋ ਚੁੱਕੀ ਹੈ, ਉਹਦੀ ਐਕਟੀਵਿਟੀ ਹੋ ਚੁੱਕੀ ਹੈ। ਸਾਨੂੰ ਹੁਣ ਸੁਚੇਤ ਹੋ ਕੇ ਇਹ 'ਤੇ ਕੁਛ ਨਾ ਕੁਛ ਜਿਹੜਾ ਸਪਰੇਅ ਹੈ, ਸਪਰੇਅ ਯੂਨੀਵਰਸਿਟੀ ਨੇ ਬਹੁਤ ਵਧੀਆ ਦਿੱਤੇ ਹੋਏ ਹੈ, ਮਤਲਬ ਇਹੋ ਜਿਹੇ ਸਪਰੇਅ ਹੈ। ਮੈਂ ਇਹੀ ਕਹਿ ਰਿਹਾ ਨਾ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ, ਜੇ ਆਪਾਂ ਇਨੀਸ਼ੀਅਲ ਲੈਵਲ ਤੇ ਮਤਲਬ ਚੱਲ ਜਦੋਂ ਫੁੱਲ ਬੋਗੀ ਸ਼ੁਰੂ ਹੋ ਗਈ ਬਣਨੀ, ਜੇ ਉਸ ਟਾਈਮ ਤੇ ਸੁਚੇਤ, ਪਿਛਲੀ ਵਾਰੀ ਮਾਨਸਾ ਬਠਿੰਡੇ 'ਚ ਕਾਰਨ ਪਤਾ ਕੀ ਬਣਿਆ ਕਿ ਫਾਰਮਰ ਨੂੰ ਪਤਾ ਨਹੀਂ ਸੀ, ਕਿਸਾਨ ਨੂੰ ਪਤਾ ਨਹੀਂ ਸੀਗਾ, ਗੈਪ ਬੜਾ ਲੰਬਾ ਪੈ ਗਿਆ, ਇਸੇ ਕਰਕੇ ਉਹ ਦਿੱਕਤ ਆਈ। ਮਤਲਬ ਕਿ ਹੈ ਨਹੀਂ ਨਾ ਫਾਰਮਰ ਬੇਸਿਕਲੀ ਹੁਣ ਇਹਨੂੰ ਪਤਾ ਹੀ ਨਹੀਂ ਹੈ ਕਿ ਗੁਲਾਬੀ ਸੁੰਡੀ ਵੀ ਆ ਸਕਦੀ ਹੈ। ਉਹਨੂੰ ਲੱਗਾ ਟੀਂਡੇ ਬਹੁਤ ਵਧੀਆ, ਫਸਲ ਬਹੁਤ ਵਧੀਆ ਸੀ, ਅਸੀਂ ਵੀ ਬਹੁਤ ਖੁਸ਼ ਸੀਗੇ ਕਿ ਯਾਰ ਅਗਰ ਐਤਕੀ ਫਸਲ ਹੋ ਜਾਣੀ ਬੰਪਰ ਕ੍ਰੌਪ ਹੋਣੀ ਸੀ। ਬਟ ਉਹਦਾ ਕਾਰਨ ਕੀ ਹੈ, ਜਦੋਂ ਟੀਂਡੇ ਖੁੱਲੇ ਨਹੀਂ ਜਾਂ ਜਦੋਂ ਖੁੱਲੇ ਉਹ ਦੇਖਿਆ ਕਿ ਇਹ ਸਾਰੇ ਡੈਮੇਜ ਹੈਗੇ ਹੈ। ਕਿਉਂਕਿ ਜੇ ਪਹਿਲੇ ਲੈਵਲ ਤੇ ਕੀ ਹੈ ਨਾ, ਆਬਾਦੀ ਇਹਦੀ ਘੱਟ ਹੁੰਦੀ ਹੈ, ਆਬਾਦੀ ਇਹਦੀ ਬਹੁਤ ਘੱਟ ਹੁੰਦੀ ਹੈ ਪਹਿਲੇ ਲੈਵਲ ਤੇ। 1 ਤੋਂ 55 ਮਾਦਾ, ਇੱਕ ਮਾਦਾ ਤੋਂ 55 ਮਾਦਾ, 55 ਮਾਦਾ ਤੋਂ ਲਗਭਗ 3000 ਮਾਦਾ, 3000 ਮਾਦਾ ਤੋਂ 1,51,000 ਲਗਭਗ ਮਾਦਾ, ਉਹਨਾਂ ਤੋਂ 8 ਲੱਖ ਜੇ ਅਸੀਂ ਕੰਟਰੋਲ ਨਹੀਂ ਕਰਾਂਗੇ ਨਾ, ਇਹ ਜਨਰੇਸ਼ਨ ਹੈ, ਇਹਦੀ ਇੱਕ ਜਨਰੇਸ਼ਨ ਜਿਹੜੀ ਹੈ ਨਾ, ਇੱਕ ਪੀੜ੍ਹੀ ਜਿਹੜੀ ਹੈਗੀ ਹੈ, ਉਹ ਇੱਕ ਪੀੜ੍ਹੀ ਜਿਹੜੀ ਹੈ, ਮਤਲਬ ਸੁੰਡੀ ਦਾ ਇਹ ਹੁੰਦਾ, ਸੁੰਡੀ ਪਤੰਗਾ, ਪਤੰਗੇ ਤੋਂ ਅੰਡਾ, ਅੰਡੇ ਤੋਂ ਸੁੰਡੀ, ਸੁੰਡੀ ਤੋਂ ਕੋਆ ਜਾਂ ਪਿਊਪਾ ਜਿਹਨੂੰ ਕਹਿੰਦੇ ਆ, ਉਸ ਤੋਂ ਫਿਰ ਪਤੰਗਾ ਬਾਹਰ ਨਿਕਲਦਾ ਹੈ। ਤੇ ਇਹ 1 ਮਹੀਨੇ 'ਚ ਕਵਰ ਕਰ ਦਿੰਦੀ ਹੈ, 1 ਮਹੀਨੇ 'ਚ ਕੰਪਲੀਟ ਹੋ ਜਾਂਦਾ ਸਾਈਕਲ। ਤੇ ਤੁਸੀਂ ਇਹ ਜਿਹੜੀ ਚੌਥੀ ਪੀੜ੍ਹੀ ਹੈ ਦੀ, ਉਹਦੇ ਵਿੱਚ 1 ਮਾਦਾ ਤੋਂ 8 ਲੱਖ ਮਾਦਾ ਬਣ ਜਾਣੀ ਜੇ ਅਸੀਂ ਕੋਈ ਕੰਟਰੋਲ ਨਹੀਂ ਕੀਤਾ। ਇਸ ਕਰਕੇ ਲਾਸਟ ਜਾ ਕੇ ਜਦੋਂ ਫਾਰਮਰਾਂ ਨੇ ਸਪਰੇਅ ਕੀਤਾ ਨਾ, ਇਸ ਕਰਕੇ ਪਹਿਲਾਂ ਸੁਚੇਤ ਰਹਿਣਾ ਬਹੁਤ। ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਹੱਲ ਹੈਗੇ ਨੇ, ਇਹ ਹੱਲ ਹੁਣ ਨਵੀਆਂ ਟੈਕਨੀਕਾਂ ਤੇ ਵੀ ਕੰਮ ਹੋ ਰਿਹਾ ਲਗਾਤਾਰਤਾ ਦੇ ਵਿੱਚ। PAU ਵੀ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਹੱਲ ਦਿੱਤੇ ਜਾਣ ਤਾਂ ਜੋ ਕਿਸਾਨਾਂ ਦਾ ਧਿਆਨ ਇੱਧਰਲੀ ਫਸਲ ਵਾਲੇ ਪਾਸੇ ਆਵੇ ਤੇ ਉਹ ਇੱਕ ਚੱਕਰ ਦੇ ਵਿੱਚੋਂ ਨਿਕਲੇ, ਫਸਲੀ ਚੱਕਰ ਦੇ ਵਿੱਚੋਂ। ਇਹ ਜਿਹੜੇ ਹੱਲ ਹੁਣ ਸੁਝਾਏ ਜਾ ਰਹੇ ਨੇ, ਇਹ ਕਿਸ ਤਰੀਕੇ ਨਾਲ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ BT ਨਰਮਾ ਜਿਹੜਾ ਸਿੱਧੇ ਤੌਰ ਤੇ ਉਹਦਾ ਅਸਰ ਹੁਣ ਗੁਲਾਬੀ ਸੁੰਡੀ ਤੇ ਨਹੀਂ ਰਿਹਾ ਹੈਗਾ, ਹੁਣ ਜਿਹੜੇ ਨਵੇਂ ਸੁਝਾਅ ਨੇ PAU ਦੇ ਵੱਲੋਂ ਖਾਸ ਕਰਕੇ ਜਾਂ ਨਵੀਆਂ ਟੈਕਨੀਕਾਂ ਤੇ ਕੰਮ ਕੀਤਾ ਜਾ ਰਿਹਾ, ਉਹ ਕਿਸ ਤਰੀਕੇ ਨਾਲ ਕੰਮ ਕਰ ਰਹੀਆਂ ਖਾਸ ਕਰਕੇ ਨਰਮੇ ਨੂੰ ਬਚਾਉਣ ਦੇ? ਹੁਣ ਦੇਖੋ, ਗੁਲਾਬੀ ਸੁੰਡੀ ਵਾਸਤੇ ਜਿਹੜੀ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ, ਬੇਸਿਕਲੀ ਅਸੀਂ ਜੋ ਯੂਨੀਵਰਸਿਟੀ ਦਾ ਪ੍ਰੋਟੋਕੋਲ ਇਹ ਹੈ ਕਿ ਕੋਈ ਵੀ ਅਗਰ ਟੈਕਨੋਲੋਜੀ ਆਉਂਦੀ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਾਣ ਵਾਲੀ ਗੱਲ ਹੈ PAU ਵਾਸਤੇ ਕਿ ਨਾਰਥ ਦੀਆਂ ਹਰਿਆਣੇ, ਰਾਜਸਥਾਨ ਤੇ ਆਪਣੀ ਪੰਜਾਬ ਦੀ ਜਿਹੜੀ ਯੂਨੀਵਰਸਿਟੀਆਂ 'ਚੋਂ ਖਾਲੀ PAU ਹੈ ਜਿਹਨੇ ਇਹਦੀ ਆਰਜ਼ੀ ਤੌਰ ਤੇ ਰਿਕਮੈਂਡੇਸ਼ਨ ਸਿਫਾਰਿਸ਼ ਕਰਤੀ ਹੈ ਇਸ ਟੈਕਨੋਲੋਜੀ ਦੇ ਬਾਰੇ ਗੱਲ ਕਰਾਂਗਾ ਮੈਂ ਕਿ ਇਹ ਟੈਕਨੋਲੋਜੀ ਬੇਸਿਕਲੀ ਕੀ ਹੈਗੀ ਹੈ। ਇਹ ਹੈਗੀ ਹੈ ਮੇਟਿੰਗ ਡਿਸਰਪਸ਼ਨ। ਮੇਟਿੰਗ ਮੀਨਸ ਪ੍ਰਜਨਨ ਡਿਸਰਪਸ਼ਨ ਮੀਨਸ ਵਿਗਨ। ਆਪਾਂ ਪ੍ਰਜਨਨ, ਕੀੜੇ ਦੇ ਪ੍ਰਜਨਨ ਵਿੱਚ ਮਤਲਬ ਇੱਕ ਟਾਈਪ ਦਾ ਤੁਸੀਂ ਇਹ ਮੰਨ ਕੇ ਚਲੋ ਕਿ ਕੀੜੇ ਦੀ ਫੈਮਿਲੀ ਪਲੈਨਿੰਗ ਕਰ ਰਹੇ ਹਾਂ, ਗਿਣਤੀ ਵਧ ਰਹੀ, ਸਰਕਲ ਬਣ ਰਿਹਾ। ਹਾਂ, ਕੀੜੇ ਦੀ ਅਸੀਂ ਫੈਮਿਲੀ ਪਲੈਨਿੰਗ ਕਰ ਰਹੇ ਹਾਂ। ਉਹ ਮੈਂ ਦੱਸਦਾ ਕਿ ਫੈਮਿਲੀ ਪਲੈਨਿੰਗ ਕਿੱਦਾਂ ਹੈ। ਜਿਹੜਾ ਕੀੜੇ ਵਿੱਚ ਭਾਲ ਹੋਣੀ ਹੈ ਨਰ ਤੇ ਮਾਦਾ ਦੀ, ਉਹ ਹੋਣੀ ਹੈ ਸਿਗਨਲ ਦੇ ਥਰੂ, ਕੈਮੀਕਲ ਸਿਗਨਲ, ਅੱਖਾਂ ਨਾਲ ਨਹੀਂ ਕਰਦੀ। ਅੱਖਾਂ ਨਾਲ ਉਹਨੇ ਮਾਦਾ ਤੇ ਨਰ ਆਪਣੇ ਆਪ ਨੂੰ ਨਹੀਂ ਪਛਾਣ ਸਕਦੇ। ਖਾਸ ਕਰ ਨਰ ਜਿਹੜਾ ਹੈ, ਨਰ ਮਾਦਾ ਨੂੰ ਅੱਖਾਂ ਨਾਲ ਨਹੀਂ ਪਛਾਣਦਾ, ਉਹ ਪਛਾਣਦਾ ਉਹਦੀ ਗੰਧ ਦੇ ਨਾਲ। ਉਹ ਜਿਹੜੀ ਗੰਧ ਛੱਡਦੀ ਹੈ ਉਹਦੇ ਪਿੱਛੇ ਨਰ ਜਾਂਦਾ ਤੇ ਉਹਨਾਂ ਦਾ ਜਿਹੜੀ ਹੈ ਅੱਗੇ ਦਾ ਜਿਹੜਾ ਪ੍ਰਜਨਨ ਹੁੰਦਾ ਤੇ ਅੱਗੇ। ਕੀੜੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਜਦ ਤੱਕ ਪ੍ਰਜਨਨ ਨਹੀਂ ਹੋਊਗਾ ਨਾ, ਤਦ ਤੱਕ ਜਿਹੜੇ ਆਂਡੇ ਹੈ ਨਾ ਉਹ ਫਰਟਾਈਲ ਨਹੀਂ ਹੋਣੇ ਹੈ, ਉਹਨਾਂ 'ਚੋਂ ਸੁੰਡੀ ਨਹੀਂ ਨਿਕਲੂਗੀ। ਕੁਝ ਕੀੜੇ ਇਹੋ ਜਿਹੇ ਹੈ ਜਿਨ੍ਹਾਂ 'ਚ ਇਹੋ ਜਿਹਾ ਕੰਮ ਨਹੀਂ ਹੈਗਾ, ਉਹਨਾਂ ਨੂੰ ਨਰ ਦੀ ਲੋੜ ਹੀ ਨਹੀਂ ਹੈ। ਮੀਲੀ ਬਗ ਹੋ ਗਿਆ, ਚਿੱਟਾ ਮੱਛਰ ਹੋ ਗਿਆ, ਇਹਨਾਂ ਨੂੰ ਨਰ ਦੀ ਲੋੜ ਨਹੀਂ ਹੈਗੀ। ਜੇ ਨਰ ਨਹੀਂ ਵੀ ਆਊਗਾ ਤੇ ਇਹਨਾਂ ਨੇ ਤਾਂ ਵੀ ਆਪਣਾ ਚਾਲੂ ਕਰ ਦੇਣਾ ਹੈਗਾ। ਤੇ ਇਸ ਕਰਕੇ ਕੀ ਹੈ, ਹੁਣ ਜਿਹੜਾ ਫੀਰਾਮੋਨ ਹੈ, ਬਾਇਓਟੈਕਨੋਲੋਜੀ, ਐਡਵਾਂਸਮੈਂਟ ਸਾਇੰਸ ਦੇ ਨਾਲ ਕੀ ਹੈ ਕਿ ਅਸੀਂ ਇਹ ਫੀਰਾਮੋਨ ਨੂੰ ਲੈਬੋਰਟਰੀ 'ਚ ਬਣਾ ਸਕਦੇ ਹਾਂ ਹੂਬਹੂ। ਬਟ ਇਹਦੇ ਵਿੱਚ ਇੱਕ ਗੱਲ ਦੇਖੋ, ਬੜਾ ਸਪੈਸੀਫਿਕ ਫੀਰਾਮੋਨ ਹੈਗਾ। ਇਹ ਗੰਧ ਜਿਹੜੀ ਹੈ ਨਾ, ਇਹ ਖਾਲੀ ਤੇ ਖਾਲੀ ਗੁਲਾਬੀ ਸੁੰਡੀ ਦਾ ਜਿਹੜਾ ਨਰ ਹੈ ਨਾ ਉਹ ਕਰ ਸਕਦਾ ਹੈ। ਦੂਜਾ ਕੋਈ ਕੀੜਾ ਅਸਰ ਨਹੀਂ ਕਰਦਾ ਇਹਦੇ ਤੇ। ਮੈਨੂੰ ਨਹੀਂ ਫੀਲ ਹੋਊਗਾ ਜਦੋਂ ਉੱਥੇ ਜਾਵਾਂਗਾ ਫੀਲਡ 'ਚ ਕਿ ਇਹ ਗੰਧ। ਅਸੀਂ ਕੀ ਕਰਨਾ, ਅਸੀਂ ਆਪਣੇ ਖੇਤ 'ਚ ਇਹਨੂੰ 400 ਸਪੌਟ ਤੇ ਲਗਾ ਦੇਣਾ ਹੈ, 400 ਬੂਟਿਆਂ ਤੇ ਲਗਾ ਦਿੰਦੇ ਹਾਂ। ਲਗਾਉਣ ਦਾ ਤਰੀਕਾ ਜਿੱਦਾਂ ਕਾਬਲੀ ਚਨਾ ਹੁੰਦਾ ਨਾ, ਪੇਸਟ ਹੈ, ਟੁੱਥਪੇਸਟ ਆਪਾਂ ਰੂਟੀਨ 'ਚ ਟੁੱਥਪੇਸਟ ਦੇਖਦੇ ਹਾਂ, ਇਹਦਾ ਰੰਗ ਜਿਹੜਾ ਥੋੜ੍ਹਾ ਜਿਹਾ ਸਲੇਟੀ ਜਿਹਾ ਰੰਗ ਹੈਗਾ। ਆਪਾਂ ਚਿੱਟੇ ਰੰਗ ਦਾ ਪੇਸਟ ਆਉਂਦਾ, ਜਿਵੇਂ ਰਾਮਦੇਵ ਦੇ ਪੇਸਟ, ਮਤਲਬ ਡਿਫਰੈਂਟ ਟਾਈਪ ਦੇ ਪੇਸਟ ਆਉਂਦੇ ਆ। ਇੱਕ ਪੇਸਟ ਹੈ, ਉਹ ਪੇਸਟ 'ਚ ਮਾਦਾ ਦੀ ਗੰਧ ਪਾਈ ਹੋਈ ਹੈ। ਉਹ ਮਾਦਾ ਦੀ ਗੰਧ ਨੂੰ ਅਸੀਂ ਡਿਫਰੈਂਟ ਸਪੌਟਸ ਤੇ ਜਿਹੜਾ ਹੈਗਾ ਫੀਲਡ ਵੀ ਲਗਾ ਦੇਣਾ 400 ਸਪੌਟ ਤੇ। 400 ਸਪੌਟ ਨਾਲ ਕੀ ਹੋਗਾ ਕਿ ਇਹਦਾ ਲਗਭਗ 2x5 ਮੀਟਰ ਦਾ ਏਰੀਆ ਕਵਰ, ਉੱਥੇ ਸਾਰੇ ਪਾਸੇ ਜਿਹੜੀ ਹੈਗੀ ਹੈ ਉਹ ਗੰਧ ਰਹੂਗੀ। ਜਦੋਂ ਅਸਲ ਮਾਦਾ ਜਿਹੜੀ ਹੈਗੀ ਹੈ ਉਹ ਨਿਕਲੂਗੀ, ਜਿਹੜਾ ਨਰ ਹੈ, ਅਸਲ ਮਾਦਾ ਦੀ ਜਿਹੜੀ ਗੰਧ ਉਹ ਮਾਸਕ ਹੋ ਜਾਣੀ ਹੈ, ਦੱਬ ਜਾਣੀ ਹੈ, ਤੇ ਉਹਨੇ ਜਿਹੜੀ ਮਾਦਾ ਨੂੰ ਉਹਨੂੰ ਪਛਾਣ ਨਹੀਂ ਸਕਣਾ। ਉਹ ਉੱਥੇ ਹੀ ਗੰਧ ਦੇ ਆਸੇ ਉਹਨੂੰ ਲੱਗੂਗਾ ਕਿ ਮਾਦਾ ਵੀ
ਇਹਦੇ ਪਿੱਛੇ ਇੱਥੇ ਇੱਕ ਇੰਟਰਸਟਿੰਗ ਫੈਕਟ ਹੋਰ ਆ। ਅੱਜ ਡਾਕਟਰ ਸ਼੍ਰੀਨਿਵਾਸ ਦੇ ਕੁਝ ਐਕਸਪੈਰੀਮੈਂਟ ਸੀਗੇ, ਇੱਥੇ ਆਏ ਸੀ, ਉਹਨਾਂ ਨੇ ਦੱਸਿਆ ਕਿ ਜਦੋਂ ਨਰ ਜਿਹੜਾ ਹੈਗਾ ਜੇ ਉਹਦੇ ਪਿੱਛੇ ਗੰਧ ਲੱਗ ਜਾਵੇ, ਮਤਲਬ ਉਹਦੇ ਵਿੱਚ, ਕਿਉਂਕਿ ਜਦੋਂ ਗਿੱਲਾ ਲਗਾਉਂਦੇ ਨਾ ਪੇਸਟ ਲੱਗ, ਤੇ ਉਹਦੇ ਪਿੱਛੇ ਜਿਹੜਾ ਉਹਨੂੰ ਕਹਿੰਦੇ ਕਨਫਿਊਜ਼ਨ, ਆਟੋ ਕਨਫਿਊਜ਼ਨ ਹੋ ਜਾਂਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਇਹ ਮਾਦਾ, ਇਹ ਵੀ ਮਾਦਾ ਹੈ, ਉਹਦੇ ਪਿੱਛੇ ਹੋ ਜਾਂਦੇ। ਹਾਂ, ਮਤਲਬ ਕਿ ਇਹ ਟੈਕਨੋਲੋਜੀ ਇੰਨੀ ਰੋਬਸਟ ਹੈਗੀ ਹੈ, ਅੱਛੀ ਟੈਕਨੋਲੋਜੀ ਹੈ। ਇਹ ਨਾਟ ਓਨਲੀ ਮੈਂ ਤੁਹਾਨੂੰ ਕਹਾਂ ਕਿ ਇੱਥੇ ਗੁਲਾਬੀ ਸੁੰਡੀ ਪਹਿਲੀ ਵਾਰੀ ਆਪਾਂ ਮੈਨੇਜਮੈਂਟ ਵਾਸਤੇ ਲੈ ਕੇ ਆਏ ਹਾਂ, ਮਤਲਬ ਇੰਡੀਆ ਵਿੱਚ ਕਿਸੇ ਟੈਕਨੋਲੋਜੀ ਮੀਟਿੰਗ ਡਿਸਰਪਸ਼ਨ ਪਹਿਲੀ ਵਾਰੀ ਇੰਨੇ ਲਾਰਜ ਸਕੇਲ ਤੇ ਲੱਗ ਰਹੀ ਹੈ। ਬਾਹਰਲੇ ਦੇਸ਼ਾਂ ਯੂਰਪ ਵਿੱਚ ਸੇਬਾਂ ਵਿੱਚ ਕੌਡਲਿੰਗ ਮੌਥ ਹੈ, ਉਹਦੀ ਬਹੁਤ ਵੱਡੀ ਸਮੱਸਿਆ ਹੈ। ਉਹਨੂੰ ਜਿਹੜਾ ਇਸੇ ਟੈਕਨੋਲੋਜੀ ਨਾਲ ਫਾਰਮਰ ਆਰਾਮ ਨਾਲ ਕੰਟਰੋਲ ਕਰ ਰਹੇ। ਇਹਦੀ ਹੁਣ ਫਾਰਮੂਲੇਸ਼ਨਸ ਡਿਫਰੈਂਟ ਆ ਰਹੀਆਂ, ਕੋਈ ਪੇਸਟ 'ਚ ਆ ਰਹੀ ਹੈ, ਕੁਝ ਇਹਨਾਂ ਨੇ ਅੱਜ ਇਹ ਵੀ ਦੱਸਿਆ ਕਿ ਅਸੀਂ ਟੇਬਲੇਟ ਵੀ ਆ ਰਿਹਾ, ਕੋਈ ਤਾਰ ਜੀ ਵੀ ਆ ਰਹੀ ਹੈ। ਬੇਸਿਕਲੀ ਉਹਦੇ ਤਾਰ ਦੇ ਵਿੱਚ ਇਹਨਾਂ ਨੇ ਕੀ ਕਰਨਾ, ਤਾਰ ਦੇ ਵਿੱਚੋਂ ਫੀਰਾਮੋਨ ਆਸਤਾ ਆਸਤਾ ਨਿਕਲਦਾ ਰਹੂਗਾ। ਜਿਹੜਾ ਉਹ ਆਪਾਂ ਡੈਵਲਪ ਲਗਾ ਰਹੇ ਹਾਂ, ਜਿਹੜਾ ਉਹ ਇਹ ਲਗਾ ਰਹੇ ਹਾਂ, ਪੇਸਟ ਨਵਾਂ ਲਗਾ ਰਹੇ ਹਾਂ ਆਪਣਾ ਬੂਟੇ ਤੇ, ਉਹਦੇ ਵਿੱਚੋਂ ਵੀ ਕੀ ਹੈ, ਉਹਦੇ ਹਾਂ ਉਹਦੇ ਚੋਂ ਫੀਰਾਮੋਨ ਨਿਕਲਦੇ ਜਾਣਾ, ਉਹ ਇਲੂਜਨ ਹੋ ਜਾਣੀ ਹੈ ਉਹਨੂੰ, ਕੀੜੇ ਨੂੰ, ਕਿ ਇਹ ਮਾਦਾ ਜਿਹੜੀ ਹੈ ਇੱਥੇ ਕਿਤੇ ਹੈ, ਐਂਡ ਉਹਨੂੰ ਰੀਅਲ ਮਾਦਾ ਨੂੰ ਨਹੀਂ ਪਛਾਣਨਾ, ਐਂਡ ਜਿਹੜੀ ਹੈ ਬਿਲਕੁਲ। ਹਾਂ, ਇਹਦੀ ਬਸ ਇੱਕੋ ਹੀ ਗੱਲ ਹੈ, ਗੱਲ ਜਿਹੜੀ ਫਾਰਮਰ ਨੂੰ ਅਸੀਂ, ਮੈਂ ਇੱਥੇ ਵੀ ਦੱਸ ਰਿਹਾ ਕਿ ਸਾਡੇ ਰਿਸਰਚ ਐਕਸਪੈਰੀਮੈਂਟਸ ਇਹ ਦੱਸਦੇ ਆ ਟਾਈਮਲੀ ਐਪਲੀਕੇਸ਼ਨ। ਟਾਈਮਲੀ ਐਪਲੀਕੇਸ਼ਨ ਕੀ ਹੈ, ਜਦੋਂ ਤੁਹਾਨੂੰ ਦਿਖਦਾ ਹੈ ਕਿ ਫੁੱਲ ਬੁੱਗੀ ਬਣਨੀ ਸ਼ੁਰੂ ਹੋ ਗਈ, ਪਹਿਲੀ ਫੁੱਲ ਬੁੱਗੀ ਦਿਖੀ, ਉਸ ਟਾਈਮ ਕਿਉਂਕਿ ਮਾਦਾ ਨੇ ਉਸੇ ਟਾਈਮ ਤੇ ਹੀ ਅੰਡੇ ਦੇਣੇ ਹੈ। ਇਹਨੇ ਮਾਦਾ ਨੂੰ ਕੁਝ ਨਹੀਂ ਕਹਿਣਾ, ਇਹਨੇ ਨਰ ਨੂੰ ਕਨਫਿਊਜ਼ ਕਰਨਾ ਹੈ। ਜੇ ਆਪਾਂ ਟਾਈਮ ਵਿੱਚ ਅੱਗੇ ਪਿੱਛੇ ਹੁੰਦੇ ਆ ਨਾ, ਫਿਰ ਨੁਕਸਾਨ ਹੈਗਾ, ਫਿਰ ਤੁਸੀਂ ਇਹਨੂੰ ਜਿਹੜਾ ਹੈਗਾ ਸਹੀ ਤਰੀਕੇ ਨਾਲ ਜਿਹੜਾ ਉਹ ਨਹੀਂ ਲਾ ਸਕਦੇ। ਸਰ, ਬੜੀ ਅਹਿਮ ਚੀਜ਼ ਜਿਵੇਂ ਤੁਸੀਂ ਦੱਸੀ ਇਹ, ਕਿ ਬੜੀਆਂ ਅਹਿਮ ਚੀਜ਼ਾਂ, ਬਰੀਕ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਇਹੀ ਕਾਰਨ ਰਿਹਾ ਕਿ ਕਿਸਾਨ ਅਕਸਰ ਅਸੀਂ ਦੇਖਦੇ ਹਾਂ ਕਿ ਉਹ ਆਸਾਨ ਫਸਲਾਂ ਵੱਲਾਂ ਕੂਚ ਕਰ ਜਾਂਦੇ, ਜਿਵੇਂ ਝੋਨਾ ਹੋ ਗਿਆ ਜਾਂ ਕਣਕ ਹੋ ਗਿਆ। ਹੁਣ ਉਸ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਸਭ ਤੋਂ ਇਫੈਕਟਿਵ ਕੰਮ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ, ਪਰ ਪੀਏਯੂ ਦੀ ਕੋਸ਼ਿਸ਼ ਵੀ ਰਹੀ ਹੈ ਕਿ ਇਸ ਚੱਕਰ ਚੋਂ ਕੱਢਿਆ ਜਾਵੇ ਕਿਸਾਨ? ਬਿਲਕੁਲ ਜੀ, ਦੇਖੋ ਪੀਏਯੂ ਦੀ ਇਕੋ ਫਰੈਂਡਲੀ ਵਾਲੇ ਪਾਸੇ ਬਹੁਤ ਇਹ ਹੈ, ਟ੍ਰਾਈਕੋਗਰਾਮਾ। ਮੈਂ ਸ਼ੂਗਰ ਕੇਨ ਦੀ ਗੱਲ ਇੱਥੇ ਆਊਟ ਆਫ ਸਬਜੈਕਟ ਹੈ, ਲੇਕਿਨ ਟ੍ਰਾਈਕੋਗਰਾਮਾ ਜਿਹੜਾ ਇੱਕ ਕੀੜਾ, ਜਿਹੜਾ ਉਹ ਕੀੜੇ ਦੇ ਵਿੱਚ ਜਾ ਕੇ ਅੰਡਾ ਦਿੰਦਾ ਹੈ, ਉਹਨੂੰ ਯੂਨੀਵਰਸਿਟੀ ਨੇ ਬਹੁਤ ਹਾਈ ਸਕੇਲ ਤੇ ਕੀਤਾ, ਐਂਡ ਬੜੇ ਸਕਸੈਸਫੁਲੀ ਜਿਹੜੇ ਸ਼ੂਗਰ ਮਿੱਲਾਂ ਨੇ ਉਹ ਆਪ ਹੀ ਹੁਣ ਟ੍ਰਾਈਕੋਗਰਾਮਾ ਪ੍ਰੋਡਿਊਸ ਕਰਕੇ ਉਹ ਕੀੜਿਆਂ ਨੂੰ ਜਿਹੜਾ ਕੀੜਿਆਂ ਨੂੰ ਹੀ ਖੇਤ 'ਚ ਛੱਡ ਦਿੰਦੇ ਨੇ। ਉਹ ਜਿਹੜੀ ਗੋਭ ਦੀ ਸੁੰਡੀਆਂ ਨੇ, ਜਿਹੜੀਆਂ ਗੋਭ ਦੀ ਸੁੰਡੀਆਂ ਨੇ, ਉਹਨਾਂ ਦੇ ਕੀੜਿਆਂ ਨੂੰ ਜਾ ਕੇ ਉਹ ਅਟੈਕ ਕਰਦੀ ਹੈ, ਉਹਨਾਂ ਨੂੰ ਖਤਮ ਕਰਦੀ ਹੈ। ਮਤਲਬ ਯੂਨੀਵਰਸਿਟੀ ਵੀ ਚਾਹੁੰਦੀ ਹੈ ਕਿ ਈਕੋ ਫਰੈਂਡਲੀ, ਕਿਉਂਕਿ ਸਾਨੂੰ ਪਤਾ ਹੈ ਕਿ ਪੈਸਟੀਸਾਈਡ ਦੇ ਬਹੁਤ ਮਾੜੇ ਅਸਰ ਹੈ। ਇਹ ਟੈਕਨੋਲੋਜੀ ਜਿਹੜੀ ਹੈਗੀ ਹੈ, ਇਹ ਵੀ ਇੱਕ ਈਕੋ ਫਰੈਂਡਲੀ ਟੈਕਨੋਲੋਜੀ ਹੈ। ਇਸ ਟੈਕਨੋਲੋਜੀ ਦਾ ਹੋਰ ਕਿਸੇ ਮਿੱਤਰ ਕੀੜਿਆਂ ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈਗਾ। ਇਹ ਬਿਲਕੁਲ ਸੇਫ ਹੈ। ਮਤਲਬ ਤੁਸੀਂ ਫਾਰਮਰ ਨੇ ਨਾ ਢੋਲੀ ਚੱਕਣੀ ਹੈ, ਨਾ ਪੈਸਟੀਸਾਈਡ ਹੈ, ਨਾ ਪਸੀਨਾ ਹੈ, ਨਾ ਗਰਮੀ ਹੈ, ਬਸ ਇੱਕ ਟਿਊਬ ਲਗਾਣੀ ਹੈ, ਟਿਊਬ ਨਾਲ ਜਿਹੜਾ ਹੈਗਾ ਉਹਨੂੰ। ਹੁਣ ਦੇਖੋ ਗੱਲ ਇਹ ਹੈ, ਯੂਨੀਵਰਸਿਟੀ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ, ਪ੍ਰੋਟੋਕੋਲ ਇਹ ਹੈ ਕਿ ਅਸੀਂ 2 ਸਾਲ ਆਪਣੇ ਖੋਜ ਵਿੱਚ ਅਸੀਂ ਸੈਟੀਸਫਾਈ, ਅਸੀਂ ਤਸੱਲੀ ਬਖਸ਼ ਹੋ ਗਏ ਕਿ ਹਾਂ ਰਿਜ਼ਲਟਸ ਅੱਛੇ ਹੈਗੇ। ਕਿਉਂਕਿ ਬਟ ਸਾਡੇ ਕਿਉਂ ਇੱਕ ਲਿਮਿਟੇਸ਼ਨ ਹੁੰਦੀ ਹੈ, ਅਸੀਂ ਇਹਨੂੰ ਛੋਟੇ ਲੈਵਲ ਤੇ ਟਰਾਇਲਸ ਲੱਗਦੇ ਆ, ਮਤਲਬ 25-30 ਏਕੜ, ਕਿਉਂਕਿ ਏਰੀਏ ਦੇ ਹਿਸਾਬ ਨਾਲ। ਹੁਣ ਅਸੀਂ ਕੀ ਕੀਤਾ, ਅਸੀਂ ਹੁਣ ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਸਾਹਿਬ, ਆਪਾਂ ਹਰ ਇੱਕ ਜ਼ਿਲ੍ਹੇ ਵਿੱਚ 2-2 ਪਿੰਡ ਪੂਰੇ ਅਡਾਪਟ ਕੀਤੇ ਹੈ। ਇਸ ਕੰਪਨੀ ਨੇ ਸਾਨੂੰ 4000 ਏਕੜ ਜਿਹੜੇ ਹੈ, 4000 ਏਕੜ ਤੇ ਅਸੀਂ ਡਿਮੋਨਸਟ੍ਰੇਸ਼ਨ ਲਗਾ ਰਹੇ ਹਾਂ। ਅਸੀਂ ਹੁਣ ਮਤਲਬ ਇਹ ਹੈ ਕਿ ਹੁਣ ਬੇਸਿਕ ਜਿਹੜੀ ਹੈ ਅਸਲ ਮੋਹਰ ਉਹ ਫਾਰਮਰ ਨੇ ਲਾਣੀ ਹੈ। ਜੇ ਫਾਰਮਰ ਮੁਤਮਿਨ ਹੋਊਗਾ, ਸੈਟੀਸਫਾਈ ਹੋਊਗਾ, ਉਹ ਡੈਫੀਨਿਟਲੀ ਟੈਕਨੋਲੋਜੀ ਆਪ ਹੀ ਜਾਣੀ ਹੈ ਅੱਗੇ। ਤੇ ਹੁਣ ਯੂਨੀਵਰਸਿਟੀ ਦੇ ਡਿਮੋਨਸਟ੍ਰੇਸ਼ਨ ਟਰਾਇਲਸ ਜਿਹੜੇ ਆ ਉਹ ਲੱਗੇ ਹੋਏ ਆ, ਇਹਨਾਂ ਪਿੰਡਾਂ ਵਿੱਚ ਲੱਗੇ ਆ, ਪੂਰੇ ਪਿੰਡਾਂ 'ਚ ਲੱਗੇ ਆ, ਲਾਰਜ ਸਕੇਲ ਤੇ। ਕਿਉਂਕਿ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਨਾ, ਇੱਕ ਟਾਈਮਲੀ ਐਪਲੀਕੇਸ਼ਨ ਤੇ ਇੱਕ ਲਾਰਜ ਸਕੇਲ। ਹੁਣ ਕੋਈ ਫਾਰਮਰ ਕਵੇ ਕਿ ਮੈਂ ਕਿੱਲੇ 'ਚ ਲਗਾ ਦੇਵਾਂ ਤੇ ਮੇਰਾ ਕੰਟਰੋਲ ਨਹੀਂ ਹੋਊਗਾ। ਕਿਉਂਕਿ ਦੂਜੇ ਪਾਸੇ ਜੇ ਨਰਮਾ ਲੱਗਿਆ ਹੈ, ਉੱਥੇ ਜਿਹੜੀ ਮਾਦਾ ਹੈ ਉਹਨੇ ਆ ਕੇ ਇੱਥੇ ਅੰਡੇ ਦੇ ਦੇਣੇ। ਐਟਲੀਸਟ 15 ਤੋਂ 20 ਕਿੱਲੇ ਜਿਹੜੇ ਹੈ ਜੇ ਕਵਰ ਹੋਣ ਤੇ ਤਾਂ ਹੀ ਇਹਦਾ ਤੁਹਾਨੂੰ ਫਾਇਦਾ। ਆਖਰੀ ਸਵਾਲ ਸਰ, ਹੁਣ ਕਿਸਾਨ, ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਤੁਸੀਂ ਆਪਣੇ ਵੱਲੋਂ ਵੀ ਸਮਝਾਉਂਦੇ ਰਹਿੰਦੇ, ਕਿਸਾਨਾਂ ਦੇ ਵਿੱਚ ਵਿਚਰਦੇ, ਫੀਲਡ ਦੇ ਵਿੱਚ ਜਾਂਦੇ ਆ, ਕੋਈ ਕਿਸਾਨਾਂ ਨੂੰ ਅਪੀਲ ਖਾਸ ਕਰਕੇ ਕਪਾਹ ਦੀ, ਕਿਉਂਕਿ ਪਿਛਲੀ ਵਾਰ ਦਾ ਡਰ ਬਹੁਤ ਬੈਠਿਆ ਹੋਇਆ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਕਿ ਜਿਸ ਤਰੀਕੇ ਨਾਲ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਆਪਣਾ ਕਹਿਰ ਬਰਪਾਇਆ ਹੈਗਾ, ਬਹੁਤ ਨੁਕਸਾਨ ਹੋਇਆ, ਕਰਜ਼ੇ ਹੇਠ ਚਲ ਗਿਆ ਕਿਸਾਨ, ਬੜੇ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਹੈਗਾ। ਉਹਨਾਂ ਦੇ ਜ਼ਿਹਨ ਦੇ ਵਿੱਚ ਹਾਲੇ ਵੀ ਉਹ ਡਰ ਹੈਗਾ। ਉਸ ਡਰ ਨੂੰ ਕਿਸ ਤਰੀਕੇ ਨਾਲ ਅਸੀਂ ਕੱਢਣਾ ਹੈਗਾ, ਇਸ ਪੀਏਯੂ ਦੀ ਵੀ ਜ਼ਿੰਮੇਵਾਰੀ, ਸਰਕਾਰ ਦੀ ਵੀ ਜ਼ਿੰਮੇਵਾਰੀ, ਤੁਸੀਂ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਅਪੀਲ ਕਰੋ? ਭੋਗਲ ਸਾਹਿਬ, ਮੈਂ ਤੁਹਾਡੀਆਂ ਕਾਫੀ ਦੇਖਦਾ ਰਹਿੰਦਾ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਹੈ ਆਪਣੀ ਮੈਸੇਜ ਜਿਹੜੀ ਹੈ ਉਹ ਕਨਵੇ ਕਰਦੇ ਹੋ। ਮੈਂ ਇਹ ਵੀ ਚਾਹਾਂਗਾ ਕਿ ਇਹ ਮੈਸੇਜ ਵੀ ਕਨਵੇ, ਆਪਾਂ ਫਾਰਮਰ ਨੂੰ ਇਹ ਕਹੀਏ ਕਿ ਘਬਰਾਓ ਨਹੀਂ। ਆਪਾਂ ਨੇ ਸਹੀ ਟਾਈਮ ਤੇ, ਹੁਣ ਐਤਕੀ ਫਾਰਮਰ ਕਾਫੀ ਸੁਚੇਤ ਹੈ, ਬਟ ਜੇ ਕਿਸੇ ਫਾਰਮਰ ਨੂੰ ਕੋਈ ਸ਼ੰਕਾ ਹੈਗਾ, ਉਹ ਪਹਿਲਾਂ ਹੀ ਸਾਡੇ ਜਿਹੜੇ ਹੈਗੇ ਆ ਪੂਰੇ ਨੰਬਰ ਜਿਹੜੇ ਆ KVKs ਤੇ ਸਰਕੂਲੇਟ ਹੋਏ ਪਏ ਆ। ਕਿਸੇ ਫਾਰਮਰ ਨੂੰ ਕੋਈ ਸ਼ੱਕ ਹੈਗਾ, ਕੋਈ
ਡਾਊਟ ਹੈਗਾ ਉਹ ਸਾਡੇ ਨਾਲ ਕੰਟੈਕਟ ਕਰੇ, ਕਿਉਂਕਿ ਮੈਂ ਇਹ ਕਹਿੰਦਾ ਕਿ ਅਜੇ ਇਹ ਟੈਕਨੋਲੋਜੀ ਟੈਸਟਿੰਗ ਤੇ ਹੈਗੀ ਹੈ। ਅਜੇ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਫਾਰਮਰ ਕੋ ਆ ਗਈ ਤੇ ਉਹਨੇ ਟੈਸਟ ਕਰਤਾ। ਅਜੇ ਸਾਡੇ ਕੋਲ ਜਿਹੜਾ ਹੱਲ ਹੈਗਾ ਉਹ ਮੇਨ ਹੱਲ ਜਿਹੜਾ ਹੈ ਕੀਟਨਾਸ਼ਕ ਹੈ। ਕੀਟਨਾਸ਼ਕਾਂ ਵਾਸਤੇ ਫਾਰਮਰ ਜਿਹੜਾ ਆਪਣੇ ਖੇਤ ਦਾ ਸਰਵੇਖਣ ਕਰੇ, ਆਪਣੇ ਖੇਤ 'ਚ ਟਰੈਪ ਜ਼ਰੂਰ ਲਗਾਵੇ ਤਾਂ ਕਿ ਉਹਨੂੰ ਪਤਾ ਲੱਗ ਜਾਵੇ ਕਿ ਉਹਦੇ ਆਸੇ-ਪਾਸੇ ਕੋਈ ਐਕਟੀਵਿਟੀ ਹੋ ਰਹੀ ਹੈ। ਤੇ ਜੇ ਉਹ ਪਹਿਲੇ, ਕਿਉਂਕਿ ਅਜੇ ਟਾਈਮ ਢੁਕਵਾਂ ਹੈਗਾ, ਅਜੇ ਕੋਈ ਬਹੁਤੀ ਘਬਰਾਉਣ ਦੀ ਗੱਲ ਨਹੀਂ ਹੈ। ਇੱਕ ਹੋਰ ਗੱਲ, ਥੋੜਾ ਜਿਹਾ ਚਿੱਟਾ ਮੱਛਰ ਜਿਹੜਾ ਵੱਧ ਰਿਹਾ ਹੈ, ਚਿੱਟੇ ਮੱਛਰ ਕਿਉਂਕਿ ਮੌਸਮ ਇਹੋ ਜਿਹਾ ਢੁਕਵਾਂ ਆਇਆ ਪਿਆ, ਤੇ ਫਾਰਮ ਨੂੰ ਇਹ ਹੈ ਕਿ ਆਪਣੇ ਖੇਤ ਦਾ ਸਰਵੇਖਣ ਜ਼ਰੂਰ ਕਰਨ, ਯੂਨੀਵਰਸਿਟੀ ਦੀਆਂ ਦੱਸੀਆਂ ਹੋਈਆਂ ਜਿਹੜੀਆਂ ਰਿਕਮੈਂਡੇਸ਼ਨ ਨੂੰ ਉਹਨਾਂ ਨੂੰ ਫੋਲੋ ਕਰਨ। ਮੈਨੂੰ ਲੱਗਦਾ ਆਪਾਂ ਨਰਮੇ ਦੀ ਫਸਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਲੈ ਸਕਦੇ ਹਾਂ। 2015 ਦਾ ਸਾਡਾ ਐਕਸਪੀਰੀਅੰਸ ਹੈ, ਏਰੀਆ ਬਹੁਤ ਘਟ ਗਿਆ ਸੀ, ਬਟ 2015 ਤੋਂ ਬਾਅਦ ਅਸੀਂ ਫਿਰ ਵਾਪਸ 2.5 ਲੱਖ ਹੈਕਟੇਅਰ ਤੇ ਆ ਗਏ ਹਾਂ। ਤੇ ਆਪਣੇ ਜਿਹੜਾ ਇਹੋ ਜਿਹਾ ਨਹੀਂ ਹੈ ਕਿ ਅਸੀਂ ਕਹਿੰਦੇ ਕਿ ਘਬਰਾਓ, ਤੁਸੀਂ ਨਰਮਾ ਵਾਹਣ ਦਾ ਜਿਹੜਾ ਹੈਗਾ ਸੋਲੂਸ਼ਨ। ਇੱਕ ਹੋਰ ਜਿਹੜੀ ਗੱਲ ਹੈਗੀ ਹੈ, ਕਿਸਾਨ ਕਾਫੀ ਜਿਹੜਾ ਨਾ ਉਹ ਡਾਈਵਰਟ ਹੋ ਰਿਹਾ ਗੁਜਰਾਤ ਤੋਂ ਸੀਡ ਲਿਆਂਦਾ, ਹਾਲਾਂਕਿ ਉਹ ਜਿਹੜੀ ਗੱਲ ਹੈਗੀ ਹੈ ਅਗਲੇ ਸੀਜ਼ਨ ਵਾਸਤੇ ਹੈਗੀ ਹੈ। ਐਤਕੀ ਵੀ ਇਹੋ ਜਿਹਾ ਅਜੇ ਵੀ ਕਿਤੇ ਵੀ ਕੋਈ ਇਹੋ ਜਿਹੀ ਕਾਟਨ ਨਹੀਂ ਹੈਗਾ, ਕੋਈ ਇਹੋ ਜਿਹੀ ਟੈਕਨੋਲੋਜੀ ਨਹੀਂ ਹੈ ਜਿਹੜਾ BT ਨਹੀਂ ਹੈਗਾ, ਕਿਉਂਕਿ BG4 BG5 ਤੁਸੀਂ ਸੁਣਦੇ ਹੋਣੇ ਆ, ਉਹ ਕਾਫੀ ਜਗ੍ਹਾ ਤੇ ਧਾਰਨਾ ਹੈ ਫਾਰਮਰ ਨੂੰ ਕਿ ਇਹ ਆ ਜਾਊਗਾ, ਇਹ ਸਾਨੂੰ ਬਚਾ ਲੂਗਾ, ਬਟ ਇਹੋ ਜਿਹੀ ਕੋਈ ਅਜੇ ਰਿਸਰਚ ਨਹੀਂ ਹੈ, ਕੋਈ ਇਹੋ ਜਿਹੀ ਟੈਕਨੋਲੋਜੀ ਦੁਨੀਆ ਤੇ ਐਗਜ਼ਿਸਟ ਨਹੀਂ ਕਰਦੀ ਹੈ। ਅਗਲੇ 5-7 ਸਾਲਾਂ ਤੱਕ ਅਜੇ ਕੋਈ ਇਹ ਨਹੀਂ ਹੈ, ਖੋਜ ਜ਼ਰੂਰ ਚੱਲ ਰਹੀ ਹੈ, ਬਟ ਉਹ ਅਗਲੇ 5-7 ਸਾਲਾਂ ਤੱਕ ਫੀਲਡ ਤੇ ਆਉਣ ਦੀ ਨਹੀਂ ਹੈ। ਇਸ ਕਰਕੇ ਗੁਜਰਾਤ ਵੱਲੋਂ ਜਿਹੜਾ ਹੈਗਾ ਆਪਣਾ ਧਿਆਨ ਹਟਾ ਦੇਣ, ਉੱਥੇ ਨਾ ਜਾਣ ਤੇ ਆਪਣੇ ਖੇਤ ਦਾ ਸਰਵੇਖਣ ਕਰਨ, ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮਹਿਕਮੇ ਦੇ ਨਾਲ ਜੁੜਨ, ਸਾਡੇ ਨਾਲ ਜੁੜਨ, ਤੇ ਬਿਲਕੁਲ ਡੈਫੀਨੇਟਲੀ ਜਿਹੜੀ ਹੈ ਨਰਮੇ ਦੀ ਫਸਲ ਹੋ ਸਕਦੀ ਹੈ। ਬਹੁਤ ਸ਼ੁਕਰੀਆ। ਥੈਂਕ ਯੂ ਸਰ। ਸੋ ਸਤਨਾਮ ਜੀ ਨੇ ਬੜੇ ਬਖੂਬੀ ਢੰਗ ਦੇ ਨਾਲ ਤੁਹਾਨੂੰ ਸਮਝਾ ਦਿੱਤਾ ਕਿ ਉਲਝਣ ਦੀ ਲੋੜ ਨਹੀਂ ਹੈਗੀ। ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ। ਕਪਾਹ ਦੀ ਫਸਲ ਜਾਂ ਨਰਮੇ ਦੀ ਫਸਲ ਨੂੰ ਜਿਹੜਾ ਬੀਜਣ ਦਾ ਇੱਕ ਤਰੀਕਾ ਹੈਗਾ, ਉਸ ਨੂੰ ਧਿਆਨ ਦੇ ਵਿੱਚ ਰੱਖਣਾ, ਤੁਹਾਡੀ ਫਸਲ ਦੀ ਤੁਸੀਂ ਸਮੇਂ-ਸਮੇਂ ਤੇ ਨਜ਼ਰ ਰੱਖਣੀ ਹੈਗੀ ਹੈ, ਸਮਾਂ ਰਹਿੰਦੇ ਹੋਏ ਕੀਟਨਾਸ਼ਕਾਂ ਦਾ ਇਸਤੇਮਾਲ ਕਰਨਾ, ਤੇ ਨਾਲ ਦੇ ਨਾਲ ਜਿਹੜੀ ਨਵੀਂ ਟੈਕਨੀਕ ਦਾ ਜ਼ਿਕਰ ਕਰ ਰਹੇ ਆ, ਕਹਿੰਦੇ ਬੜੀ ਕਾਰਗਰ ਇਹ ਟੈਕਨੀਕ ਹੈਗੀ ਹੈ, ਪਰ ਇਹਦੇ ਵਿੱਚ ਵੀ ਹਲੇ ਟ੍ਰਾਇਲ ਬੇਸਿਸ ਤੇ ਅਸੀਂ ਕੰਮ ਕਰ ਰਹੇ ਹਾਂ। ਜੇ ਸਫਲ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਦਿੱਕਤ ਜਿਹੜੀ ਹੈ ਉਹ ਪੱਕੇ ਤੌਰ ਤੇ ਹੱਲ ਹੋ ਸਕਦੀ ਹੈ। ਫਿਲਹਾਲ ਤੁਹਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵੀਡੀਓ ਦੇ ਵਿੱਚ ਕੁਝ ਨੰਬਰ ਜਿਹੜੇ ਨੇ ਡਾਕਟਰ ਸਾਹਿਬ ਵੱਲੋਂ ਦਿੱਤੇ ਗਏ ਜਾਂ ਹੋਰ ਟੀਮਾਂ ਦੇ ਵੱਲੋਂ ਦਿੱਤੇ ਗਏ ਉਹ ਸਾਂਝੇ ਕਰ ਦਈਏ, ਤਾਂ ਜੋ ਤੁਹਾਨੂੰ ਹੋਰ ਜਾਣਕਾਰੀ ਜਿਹੜੇ ਚਾਹੀਦੀ ਹੈ ਉਹ ਵੀ ਤੁਸੀਂ ਲੈ ਸਕੋ। ਫਿਲਹਾਲ ਇੱਥੇ ਤੁਹਾਡੇ ਤੋਂ ਅੱਗੇ ਲੈਣੀ, ਆਪਣੀ ਟਿੱਪਣੀ ਆਪਣੇ ਕਮੈਂਟ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।